ਜਿਹੜੀ ਨਰਸ ਦੂਜੀ ਹੈ ਮੈਂ ਕਿਹਾ ਮਿਸ ਉਹ ਘਬਰਾਇਆ ਹੋਇਆ ਲਾਈਕ ਉਹਨੂੰ ਦੇਖੋ he hasn't slept and maybe he needs oxygen, he's feeling, oh they will give him oxygen phase, we have done the blood work and we have done the x-ray and then ਉਹਦੀ ਨਰਸ ਨੇ ਕਹਿੰਦੇ ਕੋਈ ਨਹੀਂ ਲਾਈਕ ਯੂ ਨੋ ਦੇ ਸਾਡੇ ਨਾਲ ਹਿੰਦੀ ਸ਼ੁਰੂ ਹੋ ਗਿਆ ਤਾਂ ਆਪ ਬਿਮਾਰ ਹੋ ਜਾਓਗੇ ਆਪ ਐਸਾ ਕਰੋਗੇ ਵੀ ਹੈਵ ਸੋ ਮੈਨੀ ਪੇਸ਼ੈਂਟਸ ਔਰ ਉਸ ਨਰਸ ਨੇ ਮੈਨੂੰ ਇਹ ਜੀ ਗੱਲ ਕਹੀ ਜਿਹੜਾ ਕਿ ਯੂ ਨੋ ਘਬਰਾਹਟ ਹੋ ਜਾਂਦੀ ਕਿ ਦੇਰ ਆਰ ਮੈਨੀ ਪੇਸ਼ੈਂਟਸ ਬਿਫੋਰ ਹਿਮ ਐਂਡ ਆਈ ਡੋਂਟ ਨੋ ਹਾਊ ਮੈਨੀ ਵਿਲ ਡਾਈ। ਜ਼ਿਕਰਯੋਗ ਹੈ ਕਿ ਹਰਮਨਦੀਪ ਨੂੰ 25-26 ਅਪ੍ਰੈਲ ਨੂੰ ਕੋਵਿਡ ਦੇ ਲੱਛਣ ਸ਼ੁਰੂ ਹੋਏ ਸਨ ਅਤੇ 30 ਅਪ੍ਰੈਲ ਨੂੰ ਕੋਵਿਡ ਮੁਤਲਕ ਪਹਿਲੀ ਵਾਰ ਆਪਣੀ ਪਤਨੀ ਨਾਲ ਹਸਪੀਟਲ ਗਏ ਸਨ। ਪਰਿਵਾਰ ਮੁਤਾਬਿਕ ਉਹਨਾਂ ਨੂੰ ਬਿਨਾਂ ਠੀਕ ਤਰ੍ਹਾਂ ਚੈੱਕ ਕੀਤਿਆਂ ਟਾਇਲੇਨੋਲ ਸਾਈਨਸ ਐਂਡ ਫਲੂ ਲੈਣ ਦੀ ਹਦਾਇਤ ਦੇ ਕੇ ਘਰ ਭੇਜ ਦਿੱਤਾ ਗਿਆ ਸੀ। ਉਸ ਤੋਂ ਬਾਅਦ ਹਰਮਨਦੀਪ ਦੀ ਹਾਲਤ ਵਿਗੜਨਾ ਸ਼ੁਰੂ ਹੋਈ ਅਤੇ 2 ਮਈ ਦੇ ਚੜ੍ਹਦਿਆਂ ਹੀ ਸਵੇਰ ਦੇ 12:45 ਵਜੇ ਦੇ ਕਰੀਬ ਪਰਿਵਾਰ ਨੂੰ 911 ਕਰਕੇ ਐਂਬੂਲੈਂਸ ਫਿਰ ਤੋਂ ਬੁਲਾਉਣੀ ਪਈ ਅਤੇ ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਤਫਸੀਲ ਅਨੁਸਾਰ ਹਰਮਨਦੀਪ ਖੁਦ ਚੱਲ ਕੇ ਐਂਬੂਲੈਂਸ ਵਿੱਚ ਬੈਠੇ ਅਤੇ ਪੈਰਾਮੈਡਿਕਸ ਨੇ ਉਹਨਾਂ ਨੂੰ ਬਰੈਂਪਟਨ ਸਿਵਿਕ ਹਸਪਤਾਲ ਵਿੱਚ ਲਿਜਾ ਕੇ ਛੱਡ ਦਿੱਤਾ। ਉਹਨਾਂ ਦਾ ਬੇਟਾ ਬਹੁਤ ਕਮਜ਼ੋਰ ਮਹਿਸੂਸ ਕਰ ਰਿਹਾ ਸੀ, ਉਸ ਨੂੰ ਬੈਠ ਕੇ ਇੰਤਜ਼ਾਰ ਕਰਨ ਲਈ ਕਿਹਾ ਗਿਆ। ਹਰਮਨਦੀਪ ਨੇ ਆਪਣੇ ਪਰਿਵਾਰ ਨੂੰ ਫੋਨ ਕਰਕੇ ਉਹਨਾਂ ਨੂੰ ਵਾਪਸ ਘਰ ਲਿਜਾਉਣ ਲਈ ਵੀ ਕਿਹਾ। ਘੰਟਾ ਡੇਢ ਨਿਕਲ ਗਿਆ, ਮੇਰੀ ਡਾਟਰ ਲੋ ਨੂੰ ਮੇਰੇ ਬੇਟੇ ਦਾ ਫੋਨ ਆਇਆ, ਕਹਿੰਦਾ ਕਿ ਵੇ ਕੁਛ ਨਹੀਂ ਕਰ ਰਹੇ, ਮੈਂ ਪਾਣੀ ਵਾਸਤੇ ਵੀ ਉੱਠ ਕੇ ਮੰਗਣ ਗਿਆ ਵਾਂ ਔਰ ਮੇਰੀ ਚੈਸਟ ਬਹੁਤ ਇਹਨਾਂ ਨੂੰ 10 ਮੈਨੂੰ ਐਸਮਾ ਹੈ। ਪੈਰਾਮੈਡਿਕ ਜਦ ਗਿਆ ਵੇ ਅਸੀਂ ਕਿਹਾ ਦਵਾਈਆਂ ਲੈ ਜਾ, ਪਫਰ ਲੈ ਜਾ, ਕੁਛ ਨਹੀਂ ਲੈ ਕੇ ਗਿਆ, ਬਸ ਇੰਜ ਤੁਸੀਂ ਦੂਰ ਰਹੋ। ਇਸ ਤੋਂ ਬਾਅਦ ਮਨਮੀਨ ਕੌਰ ਓਬਰੋਏ ਅਨੁਸਾਰ ਕੁਝ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਹਰਮਨਦੀਪ ਨੂੰ ਇੱਕ ਪਫਰ ਅਤੇ ਇੱਕ ਐਡਵਿਲ ਦੇ ਕੇ ਘਰ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਹੋਰ ਕੋਈ ਹਿਦਾਇਤ ਜਾਂ ਸਥਿਤੀ ਦੀ ਗੰਭੀਰਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾਲ ਹੀ ਕਿਹਾ ਗਿਆ ਕਿ ਸਭ ਕੁਝ ਫੈਮਿਲੀ ਡਾਕਟਰ ਨੂੰ ਭੇਜ ਦਿੱਤਾ ਜਾਏਗਾ। ਪਰ ਵੀਕਐਂਡ ਕਾਰਨ ਉਹ ਫੈਮਿਲੀ ਡਾਕਟਰ ਨਾਲ ਵੀ ਰਾਬਤਾ ਨਹੀਂ ਕਰ ਸਕੇ। ਇਸੇ ਦੌਰਾਨ ਹਰਮਨਦੀਪ ਦੀ ਬੇਚੈਨੀ ਅਤੇ ਸਿਹਤ ਵਿਗੜਦੀ ਹੀ ਗਈ। ਕੰਫਰਟ ਕਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਇੱਕਦਮ ਉਹਨੂੰ ਫਿਰ ਕੋਲਡ ਸਵੈਟਸ ਵਗੈਰੇ ਇੱਕਦਮ ਹੋ ਗਏ, ਉਹਨੂੰ ਠੰਡ ਲੱਗਣ ਲੱਗ ਪਈ, ਅਜੀਬ ਜਿਹਾ ਹੋਣ ਲੱਗ ਪਿਆ। ਫਿਰ ਮੈਂ ਪਲਸੋਮੀਟਰ ਸੀਗਾ ਕੋਲ, ਥੋੜੀ ਦੇਰ ਪਹਿਲੇ ਪਲਸ ਠੀਕ ਸੀ ਔਰ ਉਸ ਟਾਈਮ ਦੇਖਿਆ ਤੇ ਪਲਸ ਇੱਕਦਮ 40 ਹੋ ਗਈ। ਸੋ ਮੈਂ 911 ਕੀਤਾ। 3 ਮਈ ਦੁਪਹਿਰ ਦੇ 1:30 ਵਜੇ ਦੇ ਕਰੀਬ ਐਂਬੂਲੈਂਸ ਘਰ ਫਿਰ ਆਈ। ਮੈਂ ਉਸਨੂੰ ਕਿਹਾ ਬਈ ਇਹਨੂੰ ਕੁਛ ਦੇ ਦੇ, ਇਹਦੀ ਪਲਸ 40 ਹੈ। ਮਾਈ ਸਨ ਕਹਿੰਦਾ ਦੈਟ ਹਸਪੀਟਲ ਵਿਲ ਡੂ। ਆਈ ਸੈਡ ਐਟਲੀਸਟ ਗਿਵ ਹਿਮ ਆਕਸੀਜਨ। ਜੇ ਇੱਥੋਂ ਟੁਰ ਕੇ ਗਿਆ, ਜਦੋਂ ਉਹਨੇ ਆਕਸੀਜਨ ਕੱਢਿਆ ਉਹਦਾ ਸੈੱਟ ਵੀ ਰੈਡੀ ਨਹੀਂ ਸੀਗਾ। ਉਹਨੇ 'ਚ ਐਂਬੂਲੈਂਸ ਆ ਗਈ ਲੱਕੀਲੀ। ਅਗੇਨ ਮੈਂ ਇੱਥੇ ਹੀ ਰਨ ਅਰਾਊਂਡ ਬਿਕੋਜ਼ ਮੇਰਾ ਪਹਿਲਾ ਐਕਸਪੀਰੀਅੰਸ ਪੈਰਾਮੈਡਿਕ ਦਾ ਅੱਛਾ ਨਹੀਂ ਸੀ। ਆਈ ਵਾਜ਼ ਆਫਟਰ ਦੈਮ, ਡੋਂਟ ਲੀਵ ਮਾਈ ਸਨ ਅਲੋਨ, ਜਸਟ ਬੀ ਵਿਦ ਹਿਮ, ਪਲੀਜ਼ ਟੇਕ ਕੇਅਰ। ਸੋ ਉਹ ਲੇਡੀਜ਼ ਸੀਗੀਆਂ ਦੋ ਆਈ ਟੋਲਡ ਦੈਮ ਕਿ ਪਲੀਜ਼ ਪੈਰਾਮੈਡਿਕਸ ਕਿ ਬਈ ਹੀਜ਼ ਪਲਸ ਇਜ਼ 40, ਗਿਵ ਹਿਮ ਸਮ ਆਕਸੀਜਨ। ਉਹਨਾਂ ਨੇ ਕੌਨਸਨਟਰੇਟ ਆਕਸੀਜਨ ਦਿੱਤੀ। ਹਰਮਨਦੀਪ ਦੇ ਮਾਤਾ ਮਨਮੀਨ ਕੌਰ ਓਬਰੋਏ ਅਨੁਸਾਰ ਹਰਮਨਦੀਪ ਦੇ ਉਹਨਾਂ ਨਾਲ ਬਿਤਾਏ ਆਖਰੀ ਪਲ ਅਤੇ ਉਹਨਾਂ ਨੂੰ ਕਹੇ ਆਖਰੀ ਲਫ਼ਜ਼ ਹਸਪੀਟਲ ਅਤੇ ਕੁੱਲ ਸਿਸਟਮ ਤੇ ਇੱਕ ਵੱਡਾ ਸਵਾਲ ਨੇ। ਮੇਰਾ ਬੇਟਾ ਮਿਸ ਸੋਫੇ ਤੇ ਕਹਿੰਦਾ ਮੈਂ ਨਹੀਂ ਜਾਣਾ ਹਸਪੀਟਲ, ਇਟਸ ਅ ਨਾਈਟਮੇਅਰ, they'll make me sit 6 hours. This is a person we didn't know he's gonna go away. These are his words. He called his dad. ਫਿਰ ਇੱਥੇ ਇਹਨਾਂ ਨੇ ਬਾਹਰ ਇੱਥੇ ਸਟ੍ਰੈਚਰ ਰੱਖੀ, ਇੱਥੋਂ ਨੂੰ ਲੈ ਕੇ ਗਏ। ਫਿਰ ਥੋੜ੍ਹਾ ਜਿਹਾ ਸਾਨੂੰ ਹੈਲਥ ਕਾਰਡ, ਦੈਟ ਇਜ਼ ਲਾਸਟ ਆਈ ਸੌ ਆਫ ਮਾਈ ਸਨ ਬਿਕੋਜ਼ ਆਈ ਗॉट ਬਿਜ਼ੀ ਅਰੇਂਜਿੰਗ ਹੈਲਥ ਕਾਰਡ ਇਹ ਉਹ। ਜੋ ਮਨ ਦੱਸਿਆ ਗਿਆ ਕਿ ਇੱਥੇ ਹੀ ਉਹ ਘਬਰਾ ਗਿਆ ਹੋਣਾ, ਉਹ ਪਾਸ ਆਊਟ ਹੋ ਗਏ। ਇਹ ਬਾਹਰ ਇੱਥੇ ਸਾਡੇ ਐਂਬੂਲੈਂਸ ਖੜੀ ਰਹੀ 15 ਮਿੰਟ, CPR ਕਰਦੇ ਰਹੀ। ਇੱਕ ਹੋਰ ਐਂਬੂਲੈਂਸ ਆ ਗਈ, ਹਸਪੀਟਲ ਲੈ ਕੇ ਗਏ ਐਂਡ ਹੀ ਵਾਜ਼ ਗੋਨ ਵਿਦਿਨ ਮਿੰਟਸ। ਇਸ ਸੰਬੰਧ ਵਿੱਚ ਮਨਮੀਨ ਕੌਰ ਓਬਰੋਏ ਨੇ ਇੱਕ ਚਿੱਠੀ ਸੋਸ਼ਲ ਮੀਡੀਆ ਤੇ ਜਨਤਕ ਕੀਤੀ ਹੈ ਜਿਸ ਵਿੱਚ ਇਸ ਘਟਨਾ ਦੀ ਕੁੱਲ ਤਫਸੀਲ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਹਸਪੀਟਲ ਤੋਂ ਲੈ ਕੇ ਬਰੈਂਪਟਨ ਮੇਅਰ, ਪੀਲ ਰੀਜਨ ਦੇ ਮੁੱਖ ਡਾਕਟਰ ਅਤੇ ਸੂਬੇ ਦੇ ਮੁੱਖ ਡਾਕਟਰ ਨੂੰ ਵੀ ਇਹ ਵੇਰਵੇ ਭੇਜੇ ਨੇ। ਮਨਮੀਨ ਓਬਰੋਏ ਅਨੁਸਾਰ ਬਰੈਂਪਟਨ ਹਸਪਤਾਲ ਨਾਲ ਰਾਬਤੇ ਦੌਰਾਨ ਉਹਨਾਂ ਨੂੰ ਇਸ ਘਟਨਾ ਦੀ ਗਹਿਰਾਈ ਵਿੱਚ ਸਮੀਖਿਆ ਦਾ ਯਕੀਨ ਦਿਵਾਇਆ ਗਿਆ ਹੈ। ਬਰੈਂਪਟਨ ਮੇਅਰ ਵੱਲੋਂ ਹਾਲੇ ਕੋਈ ਜਵਾਬ ਨਹੀਂ ਆਇਆ ਹੈ ਅਤੇ ਬਾਕੀ ਧਿਰਾਂ ਵੱਲੋਂ ਇਸ ਮਾਮਲੇ ਵਿੱਚ ਹਸਪਤਾਲ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਆਮਨੀ ਵੱਲੋਂ ਇਸ ਸੰਬੰਧ ਵਿੱਚ ਹਸਪੀਟਲ ਨੂੰ ਰਾਬਤਾ ਕੀਤਾ ਗਿਆ, ਜਿਸ ਦੇ ਜਵਾਬ ਵਿੱਚ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਹਰਮਨਦੀਪ ਸਿੰਘ ਦੀ ਮੌਤ ਨਾਲ ਸੰਵੇਦਨਾ ਹੈ ਅਤੇ ਇਸ ਕੁੱਲ ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ, ਜਿਸ ਦੇ ਸਾਰੇ ਵੇਰਵੇ ਉਹ ਕੌਨਫੀਡੈਂਸ਼ੀਅਲਿਟੀ ਕਾਰਨ ਜਨਤਕ ਨਹੀਂ ਕਰ ਸਕਦੇ। Obviously, this is after a big damage has been done. Has been that at least if the people who he came in touch with or contact with, if they were one bit more compassionate towards him and tried understanding him more than just treating him as a number, he would probably be been with us today.
It's a vicious circle. Something is going wrong. It's right from top to bottom and going round and round, but we are at the receiving end of it. The patients and the families are at the receiving end of it, which is very unfair. ਮਨਮੀਤ ਕੌਰ ਓਬਰੋਏ ਵੱਲੋਂ ਸਾਂਝੀ ਕੀਤੀ ਗਈ ਸੋਸ਼ਲ ਮੀਡੀਆ ਪੋਸਟ ਕਈ ਤਰ੍ਹਾਂ ਦੀ ਚਰਚਾ ਛੇੜ ਰਹੀ ਹੈ। ਕੁਝ ਸੰਸਥਾਵਾਂ ਮੁਤਾਬਿਕ ਇਸ ਦਾ ਕਾਰਨ ਕੋਵਿਡ ਹੈ, ਜਿਸ ਕਰਕੇ ਹਸਪਤਾਲ ਤੇ ਭਾਰ ਪਿਆ ਹੈ। ਪਰ ਓਬਰੋਏ ਪਰਿਵਾਰ ਅਤੇ ਕੁਝ ਸੰਸਥਾਵਾਂ ਮੁਤਾਬਿਕ ਇਹਨਾਂ ਮੁਸ਼ਕਿਲਾਂ ਦਾ ਤਾਲੁਕ ਪੀਲ ਖੇਤਰ ਵਿੱਚ ਚੱਲ ਰਹੀਆਂ ਸਿਸਟਮ ਨਾਲ ਜੁੜੀਆਂ ਖਾਮੀਆਂ ਨਾਲ ਹੈ, ਜਿਨ੍ਹਾਂ ਦੀ ਵਿਚਾਰ ਕਮਿਊਨਿਟੀ ਪੱਧਰ ਤੇ ਵੱਖ-ਵੱਖ ਧਿਰਾਂ ਨੂੰ ਕਰਨੀ ਚਾਹੀਦੀ ਹੈ। ਸਟੋਰੀ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਬਿਕਾਜ਼ ਇਹ ਪ੍ਰੀਵੈਂਟੇਬਲ ਡੈਥ ਆ ਤੇ ਸਰਕਾਰ ਨੂੰ ਕਿੰਨੀ ਦੇਰ ਦੇ ਇੱਥੇ ਦੇ ਸਾਡੀ ਕਮਿਊਨਿਟੀ ਕਹਿ ਰਹੀ ਆ ਵੀ ਸਾਨੂੰ ਇੱਥੇ ਵੱਧ ਫੰਡਿੰਗ ਦੀ ਲੋੜ ਆ, ਵੀ ਸਾਡੇ ਹਸਪੀਟਲ ਤੇ ਇਨਫ ਡਾਕਟਰਸ ਨਹੀਂ ਹੈਗੇ, ਇਨਫ ਬੈੱਡ ਨਹੀਂ ਹੈਗੇ, ਵੇਟਿੰਗ ਟਾਈਮਸ ਨਹੀਂ ਐਕਸੈਪਟੇਬਲ ਹੈਗੇ, ਤੇ ਫਿਰ ਵੀ ਸਾਨੂੰ ਇਗਨੋਰ ਕਰੀ ਜਾਂਦੇ ਨੇ। ਸੋ ਤਾਂ ਹੀ ਵੱਧ ਦੁੱਖ ਲੱਗਦਾ ਵੀ ਇਹ ਡੈਥ ਪ੍ਰੀਵੈਂਟੇਬਲ ਸੀਗੀ, ਨਾਲੇ ਇਹ ਪਤਾ ਆ ਸਰਕਾਰ ਨੂੰ ਪਤਾ ਆ ਕਿੰਨੀ ਦੇਰ ਦਾ ਵੀ ਸਾਨੂੰ ਇੱਥੇ ਵੱਧ ਰਿਸੋਰਸਿਸ ਦੀ ਲੋੜ ਆ। ਪੀਲ ਖੇਤਰ ਵਿੱਚ ਕੰਮ ਕਰਦੇ ਡਾਕਟਰ ਅਮਿਤ ਆਰੀਆ ਅਨੁਸਾਰ ਅਜਿਹੀਆਂ ਸਾਰੀਆਂ ਗੁੰਝਲਾਂ ਕਿਤੇ ਨਾ ਕਿਤੇ ਪੀਲ ਦੇ ਕੁੱਲ ਸਿਹਤ ਸਿਸਟਮ ਨਾਲ ਜੁੜੀਆਂ ਨੇ, ਜਿਨ੍ਹਾਂ ਨੂੰ ਮੰਨਣ, ਸਮਝਣ ਅਤੇ ਵਿਚਾਰਨ ਦੀ ਜ਼ਰੂਰਤ ਹੈ। It's just heartbreaking to read about, and I'm so sad and devastated to hear of these situations with anybody who's affected from COVID-19 and dying. ये तो हमें पता ही है कि ब्रैम्पटन को अपने जो फेयर शेयर हैं हेल्थ केयर के रिसोर्सेज के, वो पैंडेमिक से पहले भी नहीं मिल रहे थे और पैंडेमिक के वक्त भी नहीं मिल रहे हैं। हमें पता है कि जैसे ब्रैम्पटन में हॉस्पिटल की कैपेसिटी इतनी ज़्यादा कम है, करीब हम कह सकते हैं कि there is one hospital bed for every 1,000 patients, and provincial average से हमें पता चलता है कि there's 2 hospital beds for every 1,000 patients. तो ब्रैम्पटन में हम कह सकते हैं कि आधे से भी कम है। और जो प्रोविंस ने ये भी प्रॉमिस किया है कि पीएल मेमोरियल जो अभी साइट है उसको पूरा हॉस्पिटल भी बनाएंगे, उसके हिसाब से से हम एवरेज तक भी नहीं पहुंचेंगे, करीब में भी 1.2 हो जाएगा, 1.3 हो जाएगा। और वो इस सिचुएशन में जब हमें पता है कि ब्रैम्पटन में इतनी सारी जरूरत है हेल्थ केयर रिसोर्सेज की, हॉस्पिटल कैपेसिटी की अभी जरूरत है, तो वो मुझे समझ में नहीं आ रहा है कि पॉलिटिशियन कोविड-19 के बाद भी उस चीज को सही तरीके से देख नहीं रहे। ਲਵੀਨ ਗਿੱਲ, ਆਮਨੀ ਨਿਊਜ਼।